ਖੇਤੀ ਆਰਡੀਨੈਂਸਾਂ ਦੇ ਖਿਲਾਫ ਪੂਰੇ ਭਾਰਤ ਸਮੇਤ ਪੰਜਾਬ ਦੇ ਕਿਸਾਨ ਵੀ ਅੰਦੋਲਨ ਕਰ ਰਹੇ ਹਨ। ਪਰ ਲੋਕ ਸਭਾ ਤੇ ਰਾਜ ਸਭਾ 'ਚ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਮੋਹਰ ਨਾਲ ਖੇਤੀ ਬਿੱਲ ਕਾਨੂੰਨ ਬਣ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਆਪਣੇ ਸੰਘਰਸ਼ ਨੂੰ ਅੱਗੇ ਕਿਸ ਢੰਗ ਨਾਲ ਤੋਰਦੀਆਂ ਹਨ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਖੇਤੀ ਆਰਡੀਨੈਂਸਾਂ ਦੇ ਖਿਲਾਫ ਹੁਣ ਕਿਸਾਨਾਂ ਕੋਲ ਵਿਰੋਧ ਲਈ ਕੀ ਰਾਹ ਰਸਤੇ ਬਚਦੇ ਹਨ, ਇਸ ਬਾਰੇ ਦੀਪ ਸਿੱਧੂ ਨੇ ਕੀ ਆਖਿਆ, ਤੁਸੀਂ ਖੁਦ ਹੀ ਸੁਣੋ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਪਰ ਜਿਹੜੀ ਗੱਲ ਦੀ ਮੈਨੂੰ ਇਸ ਗੱਲ ਦੀ ਪੂਰਨ ਤੌਰ ਤੇ ਸਮਝ ਸੀ, ਪਰ ਕਈ ਗੱਲਾਂ ਜਾਂ ਕਈ ਸਾਡੇ ਬੰਦੇ ਇਹ ਗੱਲ ਨਹੀਂ ਮੰਨਦੇ ਸੀ ਵੀ ਸਰਕਾਰ ਮੋੜਾ ਪਾਊਗੀ। ਪਰ ਅੱਜ ਜਿਹੜੇ ਆਰਡੀਨੈਂਸ ਤੇ ਜਾਂ ਉਹਨਾਂ ਤਿੰਨਾਂ ਆਰਡੀਨੈਂਸ ਦੇ ਖਿਲਾਫ ਆਪਾਂ ਲਾਮਬੰਦ ਹੋਏ ਸੀ, ਵਿਰੋਧ ਕਰ ਰਹੇ ਸੀ, ਵਿਦਰੋਹ ਕਰ ਰਹੇ ਸੀ, ਅੱਜ ਪ੍ਰੈਜ਼ੀਡੈਂਟ ਨੇ ਆਪਦਾ ਅਸੈਂਟ ਦੇ ਦਿੱਤਾ। ਸੋ ਇਹ ਕੋਈ ਬਾਹਲੀ ਹੈਰਾਨੀਜਨਕ ਗੱਲ ਨਹੀਂ ਆ। ਮੇਰਾ ਆਉਣਾ ਤੁਹਾਡੇ ਨਾਲ ਗੱਲ ਕਰਨਾ ਬੜਾ ਜ਼ਰੂਰੀ ਹੈ ਇਸ ਤੇ। ਸੋ ਇਸ ਕਰਕੇ ਜ਼ਰੂਰੀ ਆ ਹੁਣ ਜਿਹੜੀ ਗਾਂ ਅਵੇਅਰਨੈਸ ਅਸੀਂ ਪਹੁੰਚਾਉਣੀ ਆ, ਜਿਹੜੀ ਗੱਲ ਪਹੁੰਚਾਉਣੀ ਆ ਕਿਸਾਨ ਜਥੇਬੰਦੀਆਂ ਤੱਕ, ਸਾਡੇ ਆਗੂਆਂ ਤੱਕ, ਜਿਹੜਾ ਬੰਦਾ ਲੋਕਾਂ ਦੇ ਹਿੱਤ ਦੀ ਗੱਲ ਸੋਚਦਾ ਜਾਂ ਸਾਡੇ ਕਿਸਾਨਾਂ ਦੇ ਹਿੱਤ ਦੀ ਗੱਲ ਸੋਚਦਾ, ਉਹਨਾਂ ਤੱਕ ਇਹ ਬੜੀ ਜ਼ਰੂਰੀ ਹੈ। ਇਸ ਕਰਕੇ ਮੈਂ ਗੱਲ ਸਾਂਝੀ ਕਰ ਰਿਹਾ। ਸੋ ਮੇਰੀ ਅਰਦਾਸ ਆ ਗੱਲ ਨੂੰ ਜ਼ਰੂਰ ਪਹੁੰਚਾਇਓ। ਸਾਡੇ ਕੋਲੇ ਅਗਲਾ ਜਿਹੜਾ ਰਾਹ, ਸਾਡੀ ਜਿਹੜੀ ਐਜੀਟੇਸ਼ਨ ਆ ਜਾਂ ਰੈਜ਼ਿਸਟੈਂਸ ਆ, ਉਹ ਤਾਂ ਚਾਲੂ ਰਹੂਗੀ। ਉਹ ਵੀ ਉਹਦੇ ਦੋ ਢੰਗ ਹੁੰਦੇ ਆ, ਇੱਕ ਹੁੰਦਾ ਐਕਟਿਵ ਰੈਜ਼ਿਸਟੈਂਸ, ਇੱਕ ਹੁੰਦਾ ਪੈਸਿਵ ਰੈਜ਼ਿਸਟੈਂਸ। ਸਾਨੂੰ ਬਹੁਤ ਜ਼ਰੂਰੀ ਆ ਵੀ ਸਾਡੀ ਰੈਜ਼ਿਸਟੈਂਸ ਪੈਸਿਵ ਹੋਵੇ, ਉਸ 'ਚ ਘੱਟ ਤੋਂ ਘੱਟ ਲੋਕਾਂ ਦੀ એનર્ਜੀ ਲੱਗੇ ਤੇ ਵੱਧ ਤੋਂ ਵੱਧ ਸਾਡੇ ਬੰਦੇ, ਸਾਡੇ ਲੋਕ ਲਾਮਬੰਦ ਹੋਣ, ਉਸ ਲੋਕ ਲਹਿਰ ਨੂੰ ਵੱਡਾ ਕਰਨ। ਲੋਕ ਲਹਿਰ ਖੜੀ ਹੋਵੇ ਨੈਸ਼ਨਲ ਲੈਵਲ ਤੇ ਨਹੀਂ, ਇੰਟਰਨੈਸ਼ਨਲ ਲੈਵਲ ਤੇ ਵੀ ਖੜੀ ਹੋ ਸਕਦੀ ਆ। ਇਹਦੇ 'ਚ ਜੇ ਅਸੀਂ ਦਿੱਲੀ ਘੇਰਨ ਦੀ ਗੱਲ ਕਰਦੇ ਹਾਂ ਤਾਂ ਇਕੱਲੇ ਪੰਜਾਬ ਨੇ ਨਹੀਂ ਘੇਰਨੀ। ਇੱਕ ਗੱਲ ਯਾਦ ਰੱਖਿਓ, ਦਿੱਲੀ, ਹਰਿਆਣਾ, ਰਾਜਸਥਾਨ, MP, ਸਾਰੇ ਸਾਊਥ ਦੇ ਸਟੇਟ, ਚਾਹੇ ਤਾਮਿਲਨਾਡੂ ਆ, ਚਾਹੇ ਕਰਨਾਟਕਾ, ਚਾਹੇ ਕੇਰਲਾ, ਚਾਹੇ ਬੰਗਾਲ, ਉਹ ਸਾਰੇ ਸਟੇਟ ਅਸੀਂ ਨਾਲ ਲੈ ਕੇ ਦਿੱਲੀ ਨੂੰ ਲਾਮਬੰਦ ਕਰਕੇ ਘੇਰੀਏ। ਨਾਲ ਮੈਨੂੰ ਐਂ ਲੱਗਦਾ ਜਿਹੜੇ ਖੇਤੀ ਪ੍ਰਧਾਨ ਦੇਸ਼ ਆ, ਜਿਹਦੇ 'ਚ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਿਰ ਕੁਝ ਯੂਰਪ ਦੀਆਂ ਕੰਟਰੀਜ਼ ਵੀ ਆ ਜਾਂਦੀਆਂ ਆ, ਆਇਰਲੈਂਡ, ਉਹਨਾਂ ਕੋਲੇ ਰੈਵੋਲੂਸ਼ਨਰੀ ਬੜੀ ਵਧੀਆ ਸੋਚ ਆ। ਅਸੀਂ ਉਹ ਸਾਰੀਆਂ ਕੰਟਰੀਜ਼ ਨੂੰ ਵੀ ਨਾਲ ਲੈ ਸਕਦੇ ਹਾਂ, ਇੱਕ ਬੜੀ ਵੱਡੀ ਇੰਟਰਨੈਸ਼ਨਲ ਲੈਵਲ ਤੇ ਇਹ ਮੂਵਮੈਂਟ ਖੜੀ ਕਰ ਸਕਦੇ ਹਾਂ। ਸੋ ਵਿਜ਼ਨ ਉਹ ਰੱਖਿਓ। ਪਰ ਅਸਲ ਗੱਲ ਜਿਹੜੀ ਕਰਨ ਵਾਲੀ ਆ, ਤੁਸੀਂ ਜੁੜ ਚੁੱਕੇ ਹੋ, ਇਸ ਕਰਕੇ ਮੈਂ ਹੁਣ ਕਰਦਾ। ਅਸਲ ਗੱਲ ਇਹ ਆ ਵੀ ਅਗਲਾ ਰਾਹ ਸਾਡਾ ਸੁਪਰੀਮ ਕੋਰਟ ਆ। ਆਰਟੀਕਲ 32 'ਚ ਅਸੀਂ ਇਹਨੂੰ ਚੈਲੰਜ ਕਰਾਂਗੇ। ਚੈਲੰਜ ਜਦੋਂ ਕਰਨਾ, ਸਭ ਤੋਂ ਇੰਪੋਰਟੈਂਟ ਗੱਲ ਆ, ਅਸੀਂ ਸਟੇਟ ਗਵਰਨਮੈਂਟ ਦੇ ਥਰੂ ਚੈਲੰਜ ਨਹੀਂ ਕਰਨਾ, ਨਹੀਂ ਤਾਂ ਪਹਿਲੀ ਤਰੀਕ ਤੇ ਹੀ ਹਾਰ ਜਾਵਾਂਗੇ। ਅਸੀਂ ਕਿਸੇ ਕਨਸਟੀਟਿਊਸ਼ਨਲ ਐਕਸਪਰਟ ਲਾਇਰ ਨਾਲ ਰਹਿ ਕਰਕੇ ਆਰਟੀਕਲ 14, ਆਰਟੀਕਲ 19, ਆਰਟੀਕਲ 21 ਆਫ ਕਨਸਟੀਟਿਊਸ਼ਨ, ਆਲਸੋ ਆਈ ਫੀਲ that this is against basic principle of federalism, ਕਿਉਂਕਿ ਜਿਹੜੀ ਐਗਰੀਕਲਚਰ ਆ ਉਹ ਸਬਜੈਕਟ ਆ, ਦਖਲਅੰਦਾਜ਼ੀ ਉਹਦੇ 'ਚ ਨਹੀਂ ਦੇਣੀ ਚਾਹੀਦੀ। ਪਰ ਇਹਨਾਂ ਨੇ ਦਖਲਅੰਦਾਜ਼ੀ ਦਿੱਤੀ ਆ। ਇਹਨਾਂ ਨੇ ਕੁਝ ਆਰਡੀਨੈਂਸਸ ਲੋਕਲ ਲੈਂਡ ਲਾਜ਼ ਦੇ ਰਿਲੇਟਡ ਲੈ ਕੇ ਆਏ ਆ। ਸਾਨੂੰ ਉਹਨੂੰ ਵੀ ਦੇਖਣਾ ਪਊਗਾ, ਐਡਰੈਸ ਕਰਨਾ ਪਊਗਾ। ਫਿਰ FCI, ਫੂਡ ਕਾਰਪੋਰੇਸ਼ਨ ਆਫ ਇੰਡੀਆ ਐਕਟ, ਉਹਨੂੰ ਵੀ ਇਨਵੋਲਵ ਕਰਨਾ ਪਊਗਾ, ਕਿਉਂਕਿ ਇਸੇ ਪਟੀਸ਼ਨ 'ਚ ਸਾਨੂੰ ਇਨਵੋਲਵ ਕਰਕੇ ਇਹ ਗੱਲ ਦੱਸਣੀ ਚਾਹੀਦੀ ਆ ਵੀ ਤੁਸੀਂ ਹੁਣ ਜਿਹੜਾ FCI ਆ ਉਹਨੂੰ ਸਟੇਟ ਸਪੈਸੀਫਿਕ ਕਰੋ, ਉਹਨੂੰ ਸੈਂਟਰ ਉਹ ਨਾ ਕੰਟਰੋਲ ਨਾ ਕਰੇ, ਸਟੇਟਸ ਕੰਟਰੋਲ ਕਰਨ। ਇਹ ਥੋੜੀ ਜਿਹੀ ਟੈਕਨੀਕਲ ਇਨਫੋਰਮੇਸ਼ਨ ਮੈਂ ਇਸ ਕਰਕੇ ਦੇ ਰਿਹਾ। ਮੇਰਾ ਰਾਬਤਾ ਇਦੋਂ ਪਹਿਲਾਂ ਹੀ ਮੈਨੂੰ ਪਤਾ ਸੀ ਇਹ ਗੱਲ ਹੋਊਗੀ, ਪ੍ਰੈਜ਼ੀਡੈਂਟ ਨੇ ਅਸੈਂਟ ਦੇ ਦੇਣਾ। ਸਾਨੂੰ ਬਹੁਤ ਸਾਰਿਆਂ ਨੂੰ ਇਹ ਪਤਾ ਸੀ ਵੀ ਪ੍ਰੈਜ਼ੀਡੈਂਟ ਨੇ ਤਾਂ ਮੋਹਰ ਹੀ ਲਾਉਣੀ ਆ, ਜਿਹੜੀ ਗੱਲ ਸੀ ਉਹਦਾ ਹੋ ਚੁੱਕੀ ਆ। ਸੋ ਮੈਂ ਪਹਿਲਾਂ ਹੀ ਉੱਥੇ ਕਨਸਟੀਟਿਊਸ਼ਨਲ ਐਕਸਪਰਟਸ ਨਾਲ ਗੱਲ ਕਰੀ ਬੈਠਾ, ਪਹਿਲਾਂ ਹੀ ਉਹਨਾਂ ਨਾਲ ਰਾਬਤਾ ਬਣਾਈ ਬੈਠਾ। ਇਹਦਾ ਰਾਹ ਜਿਹੜਾ ਇੱਕ ਲੀਗਲ ਰਾਹ, ਉਹ ਕੀ ਨਿਕਲ ਸਕਦਾ, ਚੀਫ ਜਸਟਿਸ ਆਫ ਸੁਪਰੀਮ ਕੋਰਟ ਦੇ ਕੋਲੇ ਜਾ ਕੇ, ਜਾਂ ਉਹ ਆਪਦੇ ਕੋਲੇ ਰੱਖਣ ਇੱਕ ਕਨਸਟੀਟਿਊਸ਼ਨਲ ਬੈਂਚ, ਜਾਂ ਉਹ ਰੋਸਟਰ ਕਿਸੇ ਹੋਰ ਜੱਜ ਕੋਲੇ ਚਲਾ ਜਾਵੇ, ਕਿਉਂਕਿ ਇਸੇ ਪਟੀਸ਼ਨ 'ਚ ਹੋਰ ਬਹੁਤ ਸਟੇਟਸ ਨੇ ਆ ਕੇ ਜਾਂ ਹੋਰ ਜਥੇਬੰਦੀਆਂ ਨੇ ਆ ਕੇ ਸ਼ਾਮਲ ਹੋ ਜਾਣਾ। ਸੋ ਕਿਸਾਨ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਬਹੁਤ ਜ਼ਰੂਰੀ ਆ ਵੀ ਅਸੀਂ ਸਰਕਾਰਾਂ ਦੇ ਨਾਲ ਮਿਲ ਕੇ ਇਹ ਲੜਾਈ ਨਾ ਲੜੀਏ, ਅਸੀਂ ਸੈਪਰੇਟ ਸੁਪਰੀਮ ਕੋਰਟ 'ਚ ਆਪਦੀ ਲੜਾਈ ਲੜੀਏ। ਜੇ ਸਰਕਾਰਾਂ ਦੇ ਨਾਲ ਮਿਲ ਕੇ ਲੜਾਂਗੇ, ਸਾਡੇ ਕੋਲ ਇਤਿਹਾਸ ਗਵਾਹ, ਅਸੀਂ ਹਮੇਸ਼ਾ ਹੀ
ਹਾਰਦੇ ਰਹੇ ਆ। ਪਹਿਲੀ ਤਰੀਕ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਪਹਿਲੀ ਤਰੀਕ ਤੇ ਹੀ ਧੋਖਾ ਦੇ ਜਾਣਾ। ਸੋ ਆਪਦੀ ਇੰਡੀਪੈਂਡੈਂਟ ਲੜਾਈ ਸੁਪਰੀਮ ਕੋਰਟ 'ਚ ਲੜਨੀ ਚਾਹੀਦੀ ਹੈ ਸਾਨੂੰ। ਹੋਰ ਵੀ ਜਿਹੜੇ ਸਟੇਟ ਕੋਲੇ ਕੁਝ ਲੋਕਲ ਲੈਂਡ ਲਾਜ਼ 'ਚ ਸਟ੍ਰਿਕਟ ਕਾਨੂੰਨ ਬਣਾਉਣ ਦੇ ਅਧਿਕਾਰ ਆ, ਉਹਦੇ ਲਈ ਵੀ ਸਾਨੂੰ ਮਿਲ ਕੇ ਸਿਰ ਜੋੜ ਕੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਆ। ਸੋ ਇਕੱਲਾ ਜੋਸ਼ ਨਹੀਂ, ਜਿਵੇਂ ਮੈਂ ਇੱਕ ਕਿਹਾ, ਸਾਡਾ ਵਿਰੋਧ ਜਾਰੀ ਰਹੂਗਾ। ਇੱਕ ਪੈਸੇ ਵਿੱਚ ਅਸੀਂ ਵਿਰੋਧ ਜਾਰੀ ਰੱਖਾਂਗੇ, ਜਿੱਥੇ ਲੋਕਾਂ ਦੀ ਘੱਟ ਤੋਂ ਘੱਟ એનર્ਜੀ, ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਵੱਡਾ ਮੋਰਚਾ ਉਲੀਕਣਾ ਪੈਣਾ। ਉਲੀਕਾਂਗੇ, ਤੁਹਾਡੇ ਨਾਲ ਖੜੇ ਆ। ਹੁਣ ਇੰਡੀਅਨ ਸਟੇਟ ਨਾਲ ਲੜਨਾ, ਸੁਪਰੀਮ ਕੋਰਟ 'ਚ ਜਾ ਕੇ ਲੜਾਂਗੇ ਵੀ, ਇਹਨਾਂ ਨੂੰ ਲੜ ਕੇ ਵੀ ਦਿਖਾਵਾਂਗੇ ਉੱਥੇ ਵੀ ਅਸੀਂ ਲੀਗਲ ਫਾਈਟ ਕਿਵੇਂ ਲੜ ਸਕਦੇ ਹਾਂ। ਸੋ ਪਰ ਇਹਦੇ ਲਈ ਇੱਕ ਗੱਲ ਬਹੁਤ ਜ਼ਰੂਰੀ ਆ, ਸਾਡਾ ਏਕਾ, ਸਾਨੂੰ ਲਾਮਬੰਦ ਹੋਣਾ ਤੇ ਚੰਗੇ ਕਨਸਟੀਟਿਊਸ਼ਨਲ ਐਕਸਪਰਟਸ ਦੇ ਨਾਲ ਕੰਮ ਕਰਕੇ ਇਹਨੂੰ ਚੈਲੰਜ ਕਰਨਾ ਸੁਪਰੀਮ ਕੋਰਟ 'ਚ। ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ, ਹੋਰ ਸਟੇਟਸ ਨੂੰ ਆਪਦੇ ਨਾਲ ਖੜਾ ਕਰਨਾ, ਜਿਹਦੇ 'ਚ ਕਿਸਾਨਾਂ ਦੇ ਹਿੱਤਾਂ ਦੀ ਗੱਲ ਹੋ ਸਕੇ, ਸਾਡੀਆਂ ਜ਼ਮੀਨਾਂ ਦੀ, ਸਾਡੇ ਲਾਈਵਲੀਹੁੱਡ ਦੀ ਗੱਲ ਹੋ ਸਕੇ, ਬੇਸਿਕ ਸਾਡੇ ਫੰਡਾਮੈਂਟਲ ਰਾਈਟਸ ਦੀ ਗੱਲ ਹੋ ਸਕੇ। ਸੋ ਬਹੁਤ ਸਾਰੀਆਂ ਚੀਜ਼ਾਂ ਆਉਣਗੀਆਂ। ਇਸ ਕਰਕੇ ਮਸਲਾ ਗੰਭੀਰ ਆ, ਗੰਭੀਰਤਾ ਨਾਲ ਹੀ ਵਿਚਾਰਿਆ ਜਾਣਾ ਚਾਹੀਦਾ। ਉਨੀ ਹੀ ਗੰਭੀਰਤਾ ਤੇ ਸਹਿਜਤਾ, ਸਰਲਤਾ ਨਾਲ ਸਾਨੂੰ ਅੱਗੇ ਲੈ ਕੇ ਜਾਣਾ ਪਊਗਾ। ਸੋ ਸਮਾਂ ਇਹ ਆ ਵੀ ਇੱਕ ਵਿਰੋਧ ਸ਼ੁਰੂ ਕੀਤਾ, ਅਸੀਂ ਉਹਨੂੰ ਡਾਇਵਰਟ ਨਹੀਂ ਹੋਣ ਦੇਣਾ, ਡਾਇਲਿਊਟ ਨਹੀਂ ਹੋਣ ਦੇਣਾ, ਕਿਉਂਕਿ ਇੱਥੋਂ ਹੀ ਲਹਿਰਾਂ ਵਿਗੜਦੀਆਂ ਹੁੰਦੀਆਂ। ਸਾਨੂੰ ਬਹੁਤ ਚੰਗੀ ਤਰ੍ਹਾਂ ਇਹ ਗੱਲ ਜਾਣਨੀ ਪਊਗੀ, ਪਤਾ ਕਰਨੀ ਪਊਗੀ ਵੀ ਕੱਢਣਾ ਕੀ ਆ ਤੇ ਕਿਸ ਮੌਕੇ ਤੇ ਜਾ ਕੇ ਕੱਢਣਾ। ਤੇ ਸਾਡੇ ਜਿਹੜੇ ਹੁਣ ਲੋਕ ਆ ਉਹ ਜਾਗ ਗਏ ਆ ਬਾਈ, ਉਹਨਾਂ ਦੀ ਜ਼ਮੀਰ ਜਾਗ ਗਈ ਆ, ਉਹਨਾਂ ਕੋਲੇ ਹਮੇਸ਼ਾ ਹੀ ਉਹ ਜਜ਼ਬਾ ਸੀਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ, ਜਵਾਨਾਂ ਨੂੰ ਵੰਗਾਰੋ, ਸਾਡੇ ਨਾਲ ਖੜਨਗੇ। ਸੋ ਮੇਰੀ ਤੁਹਾਨੂੰ ਰਿਕੁਐਸਟ ਆ, ਸਾਡੀ ਲੜਾਈ ਇਸ ਸਿਸਟਮ ਦੇ ਨਾਲ ਜਿਹੜੀ ਅਸੀਂ ਵਿੱਢੀ ਆ, ਇਹਦੇ 'ਚ ਸਾਥ ਦਿਓ। ਇਸ ਮੇਰੇ ਮੈਸੇਜ ਨੂੰ ਕਿਸਾਨ ਜਥੇਬੰਦੀਆਂ ਤੱਕ ਪਹੁੰਚਾਇਓ ਵੀ ਅਸੀਂ ਸਰਕਾਰਾਂ ਦੇ ਨਾਲ ਲੜਾਈ ਨਹੀਂ ਲੜਨੀ, ਉਹਨਾਂ ਤੋਂ ਵੱਖ ਰਹਿ ਕੇ ਆਪਦੀ ਅਸਲ, ਜੇ ਅਸੀਂ ਕਿਸੇ ਮੁੱਦੇ ਤੇ ਆਉਣਾ, ਆਪਦੇ ਹੱਕ ਲੈਣੇ ਆ, ਤਾਂ ਉਹਨਾਂ ਤੋਂ ਵੱਖ ਰਹਿ ਕੇ ਇਹ ਲੜਾਈ ਲੜਨੀ ਪਊਗੀ। ਕਿਉਂਕਿ ਦੇਖੋ, ਜਦੋਂ ਇਹੋ ਜਿਹੇ ਆਟੋਕ੍ਰੈਟਿਕ laws ਪਾਸ ਹੁੰਦੇ ਆ ਜਾਂ ਇਹੋ ਜਿਹੀ ਲੈਜਿਸਲੇਸ਼ਨ ਬਣਦੀ ਆ, there are only few grounds in the Supreme Court also to challenge this legislation. So those grounds has to be very carefully watched, because Supreme Court ਕੋਲੇ ਜਾਣਾ, state of India ਉਹਦੇ ਨਾਲ ਲੜਨਾ, ਅਸੀਂ ਯੂਨੀਅਨ ਆਫ ਇੰਡੀਆ ਦੇ ਨਾਲ ਲੜਨਾ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਸੋ ਬਹੁਤ ਸਾਨੂੰ ਸਟੱਡੀ, ਬਹੁਤ ਸਟ੍ਰੈਟਜੀ ਤੇ ਬਹੁਤ ਕੇਅਰਫੁਲੀ ਇਸ ਗੱਲ ਨੂੰ ਵਿਚਾਰਨ ਦੀ ਜ਼ਰੂਰਤ ਆ। ਪਰ ਇੱਕ ਗੱਲ ਜ਼ਰੂਰ ਆ ਜਿਹੜੀ ਮੈਂ ਕਹੂੰਗਾ, ਆਪੋਜੀਸ਼ਨ ਹੈਜ਼ ਕੰਪਲੀਟਲੀ ਫੇਲਡ। ਜਿਹੜੀ ਆਪੋਜੀਸ਼ਨ ਆ, ਉਹਨੇ ਆਪਦਾ ਰੋਲ ਕੋਈ ਰੋਲ ਨਹੀਂ ਅਦਾ ਕੀਤਾ। ਇਹ ਗੱਲ ਮੈਂ ਬਿਲਕੁਲ ਕਹੂੰਗਾ, ਕਿਉਂਕਿ ਦੇਖੋ, ਡੈਮੋਕ੍ਰੇਸੀ ਦਾ ਇੱਕ ਹੋਰ ਰੂਲ ਆ, ਜਿਹੜੀ ਆਪੋਜੀਸ਼ਨ ਆ ਨਾ, ਉਹੀ ਚੈਕਸ ਐਂਡ ਬੈਲੈਂਸਿਸ ਲਾਉਂਦੀ ਆ, ਰੂਲਿੰਗ ਜਿਹੜੀ ਧਿਰ ਆ ਉਹਦੇ ਤੇ। ਸਾਡੇ ਕੋਲੇ ਤਾਂ ਆਪੋਜੀਸ਼ਨ ਵੀ ਹੈ ਨਹੀਂ। ਸੋ ਮੈਂ ਇਸੇ ਕਰਕੇ ਕਹਿਣਾ ਹੁੰਦਾ, ਸਾਨੂੰ ਸਾਡੀ ਆਵਾਜ਼ ਵਿਧਾਨ ਸਭਾ 'ਚ, ਸਾਨੂੰ ਸਾਡੀ ਆਵਾਜ਼ ਲੋਕ ਸਭਾ ਤੱਕ ਪਹੁੰਚਾਉਣੀ ਚਾਹੀਦੀ ਆ। ਜਾਗ ਜੀਏ, ਅਸੀਂ ਪੰਜਾਬ ਬਚਾਉਣਾ, ਲੋਕ ਬਚਾਉਣੇ ਆ, ਹੋਰ ਬਥੇਰੇ ਲੋਕਾਂ ਨੂੰ ਬਚਾਉਣਾ, ਬਥੇਰੇ ਮਸਲੇ ਆ ਸਾਡੇ ਕੋਲੇ, ਬਹੁਤ ਕੁਝ ਅਸੀਂ ਐਡਰੈਸ ਕਰਨਾ, ਬਹੁਤ ਚੀਜ਼ਾਂ ਨੂੰ ਸੰਬੋਧਨ ਕਰਨਾ। ਆਪਦੇ ਅੰਦਰ ਜਜ਼ਬੇ ਪਾਲੀ ਰੱਖਿਓ, ਜ਼ਮੀਰਾਂ ਜਗਾਈ ਰੱਖਿਓ। ਸੋ ਮੇਰੀ ਤੁਹਾਨੂੰ ਇਹੀ ਅਰਦਾਸ ਆ। ਮੇਰਾ ਰੂਬਰੂ ਹੋਣਾ ਇਸ ਕਰਕੇ ਬਣਦਾ ਸੀ ਕਿਉਂਕਿ ਪ੍ਰੈਜ਼ੀਡੈਂਟ ਨੇ ਆਪਦਾ ਅਸੈਂਟ ਦੇਤਾ। ਸੋ ਮੈਂ ਗੱਲਬਾਤ ਇਸ ਕਰਕੇ ਹੀ ਕਰਨੀ ਸੀ। ਕੱਲ ਆਪਣੇ ਰਣਜੀਤ ਨੇ, ਬਾਵੇ ਨੇ ਕੋਈ ਆਪਦੀ ਐਜੀਟੇਸ਼ਨ ਰੱਖੀ ਆ, ਉਹਨਾਂ ਨੇ ਕਿਹਾ ਹਾਂ ਆਓ ਜੀ, ਤੇ ਉੱਥੇ ਵੀ ਜ਼ਰੂਰ ਜਾਣਾ। ਐਂਡ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਆ ਕੱਲ, ਉਹਨਾਂ ਨੂੰ ਵੀ ਆਪਾਂ ਜਾ ਕੇ ਨਤਮਸਤਕ ਇਸ ਤਰ੍ਹਾਂ ਹੋਵਾਂਗੇ ਵੀ ਜਿਹੜੇ ਉਹਨਾਂ ਦੇ ਦੱਸੀਆਂ ਹੋਈਆਂ ਕੁਝ ਸੰਪੂਰਨ ਆਜ਼ਾਦੀ, ਇੱਕ ਸਵਰਾਜ, ਕੰਪਲੀਟ ਫਰੀਡਮ ਵਾਲੀ ਗੱਲ ਸੀ। ਜਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਪੁਰਾਣੀ ਕੋਈ ਵੀ ਇਹੋ ਜਿਹੀ ਰੀਤ, ਇਹੋ ਜਿਹੀ ਦਰਜਾ ਬਦਰਜੀ, ਇਹੋ ਜਿਹਾ ਸਿਸਟਮ ਜਿਹਦੇ ਲਈ ਲੋਕ ਸੰਤਾਪ ਭੋਗਦੇ ਆ ਰਹੇ ਆ, ਉਹਨੂੰ ਜੇ ਨਵਾਂ ਸਮਾਜ ਸਿਰਜਣਾ ਤਾਂ ਸ਼ਰੇਆਮ ਉਹਨੂੰ ਖੰਡਨ ਕਰੋ, ਉਹਦਾ ਵਿਰੋਧ ਕਰੋ, ਸਪਸ਼ਟਤਾ ਰੱਖੋ ਵੀ ਅਸੀਂ ਨਵਾਂ ਸਮਾਜ ਸਿਰਜਾਂਗੇ, ਨਵੀਂ ਕੋਈ ਗੱਲ ਕਰਾਂਗੇ। ਇਹ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ। ਹੁਣ ਇਹਨਾਂ ਗੱਲਾਂ ਤੇ ਆ ਕੇ ਹੀ ਕੋਈ ਨਾ ਕੋਈ ਹੱਲ ਨਿਕਲਣੇ ਆ। ਸੋ ਮੇਰੇ ਵੱਲੋਂ ਮੈਂ ਇਹ ਗੱਲ ਕਹਿ ਰਿਹਾ ਵੀ ਅਸੀਂ ਇਹਦੇ ਹੱਲ ਵੀ ਕੱਢ ਲਾਂਗੇ। ਇਹਨਾਂ ਨੇ ਤਾਂ ਕਾਨੂੰਨ ਬਣਾਉਣਾ ਹੀ ਸੀ, ਸਾਨੂੰ ਪਤਾ, ਸਾਡੇ ਕੋਲੇ ਹੱਲ ਵੀ ਹੈਗਾ, ਰਾਹ ਵੀ ਹੈਗੇ ਆ, ਪਰ ਉਹਦੇ ਲਈ ਸਾਡਾ ਲਾਮਬੰਦ ਹੋਣਾ, ਇੱਕ ਹੋਣਾ। ਕਿਸਾਨ ਜਥੇਬੰਦੀਆਂ ਨੂੰ ਵੀ ਇਹ ਗੱਲ ਸਮਝਣੀ ਦੈਟ ਹੁਣ ਜਿਹੜੀ ਲੜਾਈ ਆ ਇਹ ਵੱਡੀ ਹੋ ਗਈ ਆ, ਲੜਾਈ ਸਾਨੂੰ ਹੋਰ ਜ਼ਿਆਦਾ ਲੰਬੀ ਹੋ ਗਈ ਆ,
ਤੇ ਇਹਦੇ ਲਈ ਸਟ੍ਰੈਟੇਜਾਈਜ਼ ਕਰਕੇ ਹੀ ਅੱਗੇ ਵਧਣਾ ਚਾਹੀਦਾ।